आई एम सिमरन, वेलकम टू माय चैनल। बच्चे अज आप करांगे एक्सरसाइज 1.5 ਦੇ क्वेश्चन नंबर 4 ਜਿਹੜੇ ਫਸਟ 3 क्वेश्चंस ਸੀ ਉਹ ਆਪਣੀ ਕੰਪਲੀਟ ਹੋ ਗਏ ਸੀ ਪ੍ਰੀਵੀਅਸ ਲੈਕਚਰ ਦੇ ਵਿੱਚ। ਅੱਜ ਆਪਾਂ ਦੇਖਦੇ ਹਾਂ क्वेश्चन नंबर 4 एक्सरसाइज 1.5 सेट्स 11th क्लास। देखो क्वेश्चन ਦੀ ਸਟੇਟਮੈਂਟ ਚ ਆਪਾਂ ਨੂੰ ਕੀ ਗਿਵਨ ਹੈ, ਲੈਟ ਯੂ ਆਪਾਂ ਨੂੰ यूनिवर्सल सेट गिवन है, ਉਹਦੇ ਐਲੀਮੈਂਟਸ ਨੇ ਆਪਣੇ ਕੋਲ 1 2 3 4 5 6 7 8 और 9। ਆਪਾਂ ਨੂੰ A सेट ਦੇ ਐਲੀਮੈਂਟਸ गिवन ਨੇ 2 4 6 और 8 ਐਂਡ B सेट ਦੇ ਐਲੀਮੈਂਟਸ गिवन ਨੇ 2 3 5 और 7। ਆਪਾਂ ਨੂੰ ਕਿ ਵੈਰੀਫਾਈ ਕਰੋ, ਆਪਾਂ ਨੂੰ ਇਹ ਦੋ ਪਾਰਟ गिवन ਨੇ, ਆਪਾਂ ਨੂੰ ਕਿ ਵੈਰੀਫਾਈ ਕਰੋ। ਆਪਾਂ ਕਿਵੇਂ ਵੈਰੀਫਾਈ ਕਰਾਂਗੇ, ਦੇਖੋ ਆਪਾਂ ਕੀ ਕਰਨਾ, ਆਪਾਂ ਪ੍ਰੂਫ करना है कि जो लेफ्ट हैंड साइड है एंड जो राइट हैंड साइड है दोवें एक दूजे दे इक्वल ने। सो आप फर्स्ट पार्ट सॉल्व करते हैं। स्टेटमेंट अपन की क्या है, A यूनियन B द कॉम्प्लीमेंट इज इक्वल टू A द कॉम्प्लीमेंट इंटरसेक्शन B द कॉम्प्लीमेंट। बच्चे आप सारे नु पता है A सिंबल हुंदा सी यूनियन दा एंड A सिंबल हुंदा सी अपने कोल इंटरसेक्शन दा। क्लियर स्टूडेंट्स? ਹੁਣ ਆਪਾਂ यूनियन ਕਿਵੇਂ फाइंड करते सी, यूनियन ਦੇ ਵਿੱਚ ਬੱਚੇ ਆਪਣੇ ਕੋਲ ਕੀ ਹੁੰਦਾ ਸੀ, ਸਟੇਟ ਇੱਕ ਵਾਰੀ ਡੈਫੀਨੇਸ਼ਨ ਵੇਖਦੇ ਆ यूनियन ਦੀ ਕੀ ਹੁੰਦਾ ਸੀ। ਲੈਟ A ਐਂਡ B ਆਰ ਟੂ ਸੈਟ, A ਤੇ B ਆਪਣੇ ਕੋਲ ਕੋਈ ਵੀ ਦੋ ਸੈਟ ਹੁੰਦੇ ਸੀ। यूनियन ऑफ A एंड B कंटेन ऑल द एलिमेंट ऑफ सेट्स A एंड B। ठीक है, ਜਦੋਂ ਆਪਾਂ यूनियन फाइंड करते ਸੀ ਉਦੋਂ ਆਪਾਂ ਕੀ ਕਰਦੇ ਸੀ, ਸਾਰੇ ਐਲੀਮੈਂਟ ਲੈਂਦੇ ਸੀ A और B ਦੇ। and one main point, common element taken only one time and जो common elements ਹੁੰਦੇ ਸੀ ਆਪਾਂ ਸਿਰਫ ਉਹਨੂੰ ਇੱਕ ਵਾਰ ਲੈਂਦੇ ਸੀ। and intersection ਦੇ ਵਿੱਚ ਆਪਾਂ ਕੀ ਕਰਦੇ ਸੀ, definition ਕੀ ਸੀ intersection ਦੀ, if A and B are two set, A ਤੇ B ਆਪਣੀ ਕੋਲ ਕੋਈ ਵੀ ਦੋ set ਹੁੰਦੇ ਸੀ, intersection of A and B contain common element। एंड ਜਦੋਂ ਆਪਾਂ ਇੰਟਰਸੈਕਸ਼ਨ ਕਰਦੇ ਸੀ ਆਪਾਂ ਦੋਵਾਂ ਸੈਟ ਦੇ ਓਨਲੀ ਕਾਮਨ ਐਲੀਮੈਂਟ ਲੈਂਦੇ ਸੀ ਤੇ ਕਾਮਨ ਐਲੀਮੈਂਟ ਨੂੰ ਵੀ ਸਿਰਫ ਇੱਕ ਵਾਰ ਲੈਣਾ ਹੁੰਦਾ ਹੈ। ਯੂਨੀਅਨ ਦੇ ਵਿੱਚ ਕੀ ਕਰਦੇ ਸੀ, ਆਪਾਂ ਸਾਰੇ ਐਲੀਮੈਂਟ ਲੈਂਦੇ ਸੀ ਸੈਟਸ ਦੇ ਤੇ ਕਾਮਨ ਐਲੀਮੈਂਟ ਨੂੰ ਇੱਕ ਵਾਰ ਲੈਂਦੇ ਸੀ। ਤੇ ਇੰਟਰਸੈਕਸ਼ਨ ਚ ਬੱਚੇ ਆਪਾਂ ਕੀ ਕਰਦੇ ਆ, ਸਿਰਫ ਕਾਮਨ ਐਲੀਮੈਂਟ ਲੈਂਦੇ ਆ ਦੋਵਾਂ ਸੈਟ ਦੇ, ਉਹਦੇ ਵਿੱਚ ਵੀ ਜੋ ਕਾਮਨ ਐਲੀਮੈਂਟ ਹੈ ਦੋਵਾਂ ਦੇ ਵਿੱਚ ਉਹਨੂੰ ਇੱਕ ਵਾਰ ਲੈਣਾ ਹੈ। यूनियन दे विच भी कॉमन एलिमेंट नु रिपीट नहीं करना एंड इंटरसेक्शन दे विच भी कॉमन एलिमेंट नु रिपीट नहीं करना। क्लियर? हुन आपां नु A सेट दी एलिमेंट्स गिवन सी 2 4 6 और 8 स्टूडेंट्स, एंड जो B सेट दी एलिमेंट्स गिवन सी 2 3 5 और 7। अपना स्टेप 1 ना आपां ब्रैकेट दे अंदर दी चीज सॉल्व करनी है। पहला आपां लेफ्ट हैंड साइड पिक कर लिए, LHS means left hand side। ਆਪਾਂ फाइंड ਕੀ ਕਰਨਾ ਹੈ, A union B ਦਾ ਕੰਪਲੀਮੈਂਟ। ਜਦੋਂ ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰ ਦੇ ਵਿੱਚ ਵੀ ਦੇਖਿਆ, ਆਪਾਂ ਇੰਟਰੋਡਕਸ਼ਨ ਲੈਕਚਰ ਦੇ ਵਿੱਚ ਹੀ ਵੇਖਿਆ ਐਕਸਰਸਾਈਜ਼ 1.5 ਦੀ, ਜਦੋਂ ਕਿਸੇ ਸੈਟ ਉੱਪਰ ਡੈਸ਼ ਲੱਗਦੀ ਹੈ ਉਹ ਸਿੰਬਲ ਹੁੰਦਾ ਬੱਚੇ ਕੰਪਲੀਮੈਂਟ ਦਾ। ਐਂਡ ਕੰਪਲੀਮੈਂਟ ਚ ਆਪਾਂ ਕੀ ਕਰਦੇ ਆ, ਜਿਸ ਸੈਟ ਦਾ ਆਪਾਂ ਕੰਪਲੀਮੈਂਟ फाइंड करना है ਉਹਨਾਂ ਐਲੀਮੈਂਟ ਨੂੰ ਛੱਡ ਕੇ ਬਾਕੀ ਯੂਨੀਵਰਸਲ ਸੈਟ ਦੇ ਸਾਰੇ ਐਲੀਮੈਂਟ ਲਿਖਦੇ ਆ। ਉਵੇਂ A ਯੂਨੀਅਨ B ਫਾਈਂਡ ਕਰੋ ਤੁਸੀਂ, A ਯੂਨੀਅਨ B ਕੀ ਹੋਊਗਾ ਆਪਣੀ ਕੋਲ, ਦੇਖੋ ਇਹਨਾਂ ਦੋਵਾਂ ਸੈਟ ਦੇ ਸਾਰੇ ਐਲੀਮੈਂਟ ਲਿਖਨੇ ਨੇ ਤੇ ਜੋ ਕਾਮਨ ਐਲੀਮੈਂਟ ਨੇ ਉਹਨੂੰ ਸਿਰਫ ਇੱਕ ਵਾਰ ਲਿਖਣਾ ਹੈ। ਜਿਵੇਂ ਜਿਹੜਾ 2 ਦੋਵਾਂ ਸੈਟ ਦੇ ਵਿੱਚ ਕਾਮਨ ਹੈ, ਸੋ 2 ਨੂੰ 1 ਟਾਈਮ ਲਿਖ ਲਓ, then 3 then 4 ਫਿਰ 5 ਫਿਰ 6 फिर 7 और 8। ये अपनी कुल क्या आ गया 2 3 4 5 6 7 8। A यूनियन B आ गया। दोवां सेट दे सारे एलिमेंट लिखने सी, जेड़ा 2 सी दोवां सेट दे विच कॉमन सी, सो ओनू आपां एक बार लिख लिया। दैन आपां की करना हुण A यूनियन B दा इत्थे भी लिख लो, A यूनियन B दा कॉम्प्लीमेंट फाइंड करना है ना। कॉम्प्लीमेंट च आपां की करदे आ, ਹੁਣ ਆਪਾਂ ਕੰਪਲੀਮੈਂਟ ਫਾਈਂਡ ਕਰਨਾ ਹੈ A ਯੂਨੀਅਨ B ਦਾ। ਸੋ ਇਹਨਾਂ ਐਲੀਮੈਂਟ ਨੂੰ ਛੱਡ ਕੇ ਯੂਨੀਵਰਸਲ ਸੈਟ ਦੇ ਆਪਾਂ ਸਾਰੇ ਐਲੀਮੈਂਟ ਲਿਖਾਂਗੇ। ਹੁਣ ਦੇਖੋ ਆ ਐਲੀਮੈਂਟ ਨੂੰ ਆਪਾਂ ਨਹੀਂ ਲਿਖਣਾ, ਬਾਕੀ ਯੂਨੀਵਰਸਲ ਸੈਟ ਦੇ ਸਾਰੇ ਐਲੀਮੈਂਟ ਲਿਖਣੇ ਨੇ। ਹੁਣ ਆ ਐਲੀਮੈਂਟ 2 ਨਹੀਂ ਲਿਖਣਾ, 3 ਨਹੀਂ, 4 ਨਹੀਂ, 5 ਨਹੀਂ, 6 ਨਹੀਂ, 7 ਨਹੀਂ, 8 ਨਹੀਂ। ਐਂਡ ਐਲੀਮੈਂਟ ਬਚਦੇ ਕਿਹੜੇ ਨੇ ਆਪਣੇ ਕੋਲ 1 और 9।
ये अपने कोल की होगा A यूनियन B दा कंप्लीमेंट। ये अपने को लेफ्ट हैंड साइड की वैल्यू आ गई। ਹੁਣ ਆਪਾਂ ਫਾਈंड ਕਰਦੇ ਆ ਰਾਈਟ ਹੈਂਡ ਸਾਈਡ RHS ਮੀਨਸ ਰਾਈਟ ਹੈਂਡ ਸਾਈਡ। ਇਹਦੇ ਵਿੱਚ ਆਪਾਂ ਕੀ ਕਰਨਾ ਹੈ, ਆਪਾਂ A ਦਾ ਕੰਪਲੀਮੈਂਟ ਇੰਟਰਸੈਕਸ਼ਨ B ਦਾ ਕੰਪਲੀਮੈਂਟ ਦੇਖਣਾ ਹੈ। ਪਹਿਲਾਂ ਤੁਸੀਂ ਫਾਈਂਡ ਕਰ ਲਓ A ਦਾ ਕੰਪਲੀਮੈਂਟ। A ਦਾ ਕੰਪਲੀਮੈਂਟ ਆਪਾਂ ਕਿਵੇਂ ਫਾਈਂਡ ਕਰਨਾ ਬੱਚੇ, ਦੇਖੋ A ਸੈੱਟ ਦੇ ਐਲੀਮੈਂਟ ਨੂੰ ਛੱਡ ਕੇ ਯੂਨੀਵਰਸਲ ਸੈੱਟ ਦੇ ਆਪਾਂ ਸਾਰੇ ਐਲੀਮੈਂਟ ਲਿਖਣੇ ਨੇ। A सेट ਦੇ ਐਲੀਮੈਂਟਸ ਕਿਹੜੇ ਨੇ 2 4 6 8। यूनिवर्सल सेट ਚ 2 4 6 8 ਨੂੰ ਨਹੀਂ ਲਿਖਣੇ, ਬਾਕੀ ਸਾਰੇ ਐਲੀਮੈਂਟ ਲਿਖਾਂਗੇ। 1 ਲਿਖਾਂਗੇ, 2 नहीं लिखना, ठीक है। then 3 4 नहीं लिखना क्योंकि वो A सेट ਦੇ ਵਿੱਚ प्रेजेंट है। then 5 6 नहीं लिखना, 7 8 नहीं लिखना, 9 ये एलिमेंट लिख ले ਆਪਾਂ। क्लियर। ਹੁਣ ਆਪਾਂ ਕੀ ਕਰਾਂਗੇ B ਦਾ ਕੰਪਲੀਮੈਂਟ ਫਾਈਂਡ ਕਰਾਂਗੇ। ਉਵੇਂ ਆ ਵਾਲੇ ਐਲੀਮੈਂਟ ਨੂੰ ਛੱਡ ਕੇ ਬਾਕੀ ਯੂਨੀਵਰਸਲ ਸੈੱਟ ਦੇ ਆਪਾਂ ਸਾਰੇ ਐਲੀਮੈਂਟ ਲਿਖਣੇ ਨੇ। 2 3 ਨਹੀਂ ਲਿਖਣਾ, then 4 5 ਵੀ ਨਹੀਂ ਲਿਖਣਾ, ਫਿਰ ਆਪਾਂ 6 7 ਨਹੀਂ ਲਿਖਣਾ, ਫਿਰ ਆਪਾਂ ਕੀ ਲਿਖਾਂਗੇ 8 और 9। ਇਹ ਆਪਣੇ ਕੋਲ ਆ ਗਿਆ। ਫਿਰ ਆਪਾਂ ਕੀ ਕਰਨਾ ਸੀ, ਇਹਨਾਂ ਦੋਵਾਂ ਦਾ ਇੰਟਰਸੈਕਸ਼ਨ ਫਾਈਂਡ ਕਰਨਾ ਸੀ। इंटरसेक्शन च बच्चे ਆਪਾਂ ਕੀ ਲੈਣੇ ਹੁੰਦੇ ਆ, ਦੋਵਾਂ ਸੈੱਟ ਦੇ ਕਾਮਨ ਐਲੀਮੈਂਟਸ। ਹੁਣ ਦੋਵਾਂ ਦੇ ਬਿਟਵੀਨ ਕਾਮਨ ਕੀ ਹੈ 1 और 9, मतलब सेम की है दोनों सेट ਦੇ ਬਿਟਵੀਨ 1 और 9। क्लियर। ਹੁਣ ਆਪਣੇ ਕੋਲ ਜਦੋਂ ਆਪਾਂ ਲੈਫਟ ਹੈਂਡ ਸਾਈਡ A ਯੂਨੀਅਨ B ਦਾ ਕੰਪਲੀਮੈਂਟ ਫਾਈਂਡ ਕੀਤਾ ਸੀ, ਆਪਣੇ ਕੋਲ 1 और 9 ਐਲੀਮੈਂਟ ਆਏ ਸੀ। ਹੁਣ ਜਦੋਂ ਆਪਾਂ A ਦਾ ਕੰਪਲੀਮੈਂਟ ਇੰਟਰਸੈਕਸ਼ਨ B ਦਾ ਕੰਪਲੀਮੈਂਟ ਫਾਈਂਡ ਕਰਦੇ ਆ, ਇਹ ਵੀ ਆਪਣੇ ਕੋਲ ਕੀ ਆ ਗਿਆ 1 और 9 ਆ ਗਿਆ। ਇਹ ਆਪਾਂ ਪ੍ਰੋਪਰਟੀਜ਼ ਵੀ ਕੀਤੀਆਂ ਹੋਈਆਂ ਕੰਪਲੀਮੈਂਟ ਦੀਆਂ, ਇਹ ਪ੍ਰੋਪਰਟੀ ਦੇ ਵਿੱਚ ਵੀ ਸੀ ਜੋ ਮੈਂ ਤੁਹਾਨੂੰ ਕਿਹਾ ਤੁਸੀਂ ਖੁਦ ਪ੍ਰੂਫ ਕਰਨਾ ਤੇ ਕਰਵਾਇਆ ਵੀ ਸੀ ਕੁਐਸਚਨ ਇਹਦੇ ਨਾਲ ਦਾ ਪ੍ਰੂਫ। ਇਹ ਪ੍ਰੋਪਰਟੀ ਹੈ, ਉਵੇਂ ਆਪਾਂ ਪ੍ਰੂਫ ਕਰਕੇ ਦੇਖ ਲਿਆ। ਆਪਾਂ ਉਵੇਂ ਵੈਰੀਫਾਈ ਕਰਨਾ ਸੀ ਕਿ ਉਹ ਜੋ ਆਪਣੀ ਲੈਫਟ ਹੈਂਡ ਸਾਈਡ ਹੈ ਉਹ ਰਾਈਟ ਹੈਂਡ ਸਾਈਡ ਦੇ ਇਕੁਅਲ ਹੈ। ਹੁਣ ਦੋਵਾਂ ਦੀ ਵੈਲਿਊ ਸੇਮ ਆ ਗਈਆਂ, ਮੀਨਸ ਜੋ ਲੈਫਟ ਹੈਂਡ ਸਾਈਡ ਹੈ ਉਹ ਰਾਈਟ ਹੈਂਡ ਸਾਈਡ ਦੇ ਇਕੁਅਲ ਹੈ, ਕਿਉਂਕਿ ਦੋਵਾਂ ਬਿਟਵੀਨ ਜੋ ਐਲੀਮੈਂਟ ਸੀ ਉਹ ਸੇਮ ਆਏ ਸੀ। ਕਲੀਅਰ ਸਟੂਡੈਂਟਸ। ਹੁਣ ਆਪਾਂ ਇੱਕ ਹੋਰ ਪਾਰਟ ਕਰਦੇ ਹਾਂ ਇਹਦਾ ਨੈਕਸਟ ਸੈਕਿੰਡ ਪਾਰਟ। ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੋਇਆ ਫਸਟ ਪਾਰਟ ਦੇ ਵਿੱਚ, ਉਹ ਤੁਹਾਡਾ ਕਲੀਅਰ ਹੋ ਜਾਏਗਾ। ਦੇਖੋ ਹੁਣ ਆਪਾਂ ਨੂੰ ਸੈਕਿੰਡ ਪਾਰਟ ਕੀ ਕਿਹਾ ਕਰਨ ਨੂੰ। ਦੇਖੋ ਸੈਕਿੰਡ ਪਾਰਟ ਦੀ ਆਪਣੀ ਕੋਲ ਸਟੇਟਮੈਂਟ ਕੀ ਹੈ, ਆਪਾਂ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਇਜ਼ ਇਕੁਅਲ ਟੂ A ਦਾ ਕੰਪਲੀਮੈਂਟ ਯੂਨੀਅਨ B ਦਾ ਕੰਪਲੀਮੈਂਟ ਫਾਈਂਡ ਕਰਨਾ ਹੈ। ਫਰਸਟ ਸਟੈਪ ਆਪਣਾ ਕੀ ਸੀ, ਆਪਾਂ ਲੈਫਟ ਹੈਂਡ ਸਾਈਡ ਨੂੰ ਚੈੱਕ ਕਰਨਾ ਹੈ ਕਿ ਲੈਫਟ ਹੈਂਡ ਸਾਈਡ ਨੂੰ ਪ੍ਰੂਫ ਕਰਨਾ ਪਹਿਲਾਂ। ਉਵੇਂ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਫਾਈਂਡ ਕਰਨਾ ਆਪਾਂ। ਕਲੀਅਰ। ਹੁਣ ਆਪਾਂ ਪਹਿਲਾਂ ਕੀ ਕਰਾਂਗੇ, A ਇੰਟਰਸੈਕਸ਼ਨ B ਫਾਈਂਡ ਕਰਾਂਗੇ। ਆਪਾਂ ਨੇ ਕੋਲ A ਦੇ ਐਲੀਮੈਂਟਸ ਆ ਨੇ ਤੇ B ਦੇ ਐਲੀਮੈਂਟਸ ਆ ਨੇ। ਆਪਾਂ ਪਹਿਲਾਂ ਕੀ ਕਰਨਾ ਹੈ, A ਇੰਟਰਸੈਕਸ਼ਨ B ਫਾਈਂਡ ਕਰਨੀ ਹੈ। ਸਟੈਪ 1 ਦੇ ਵਿੱਚ ਕੀ ਕਰਨਾ ਹੈ, ਜੋ ਬ੍ਰੈਕਟ ਦੇ ਅੰਦਰ ਦੀ ਚੀਜ਼ ਹੈ ਉਹ ਸੋਲਵ ਕਰਨੀ ਹੈ। ਹੁਣ ਇੰਟਰਸੈਕਸ਼ਨ ਦੇ ਵਿੱਚ ਆਪਾਂ ਕੀ ਕਰਦੇ ਸੀ ਬੱਚੇ, ਦੋਵਾਂ ਸੈੱਟ ਦੇ ਕਾਮਨ ਐਲੀਮੈਂਟਸ ਲੈਂਦੇ ਸੀ। ਹੁਣ ਇਹਨਾਂ ਦੋਵਾਂ ਦੇ ਬਿਟਵੀਨ ਕਾਮਨ ਕੀ ਆਪਣੇ ਕੋਲ 2 ਕਾਮਨ ਹੈ ਦੋਵਾਂ ਸੈੱਟ ਦੇ ਬਿਟਵੀਨ। ਇਹ ਆਪਣਾ ਕੀ ਆ ਗਿਆ A ਕੰਪਲੀਮੈਂਟ A ਇੰਟਰਸੈਕਸ਼ਨ B ਆ ਗਿਆ ਹੈ ਨਾ। ਹੁਣ ਆਪਾਂ A ਇੰਟਰਸੈਕਸ਼ਨ ਜੋ B ਦਾ ਆਪਾਂ ਕੀ ਕਰਨਾ ਹੈ, ਕੰਪਲੀਮੈਂਟ ਫਾਈਂਡ ਕਰਨਾ। ਹੁਣ ਆਪਾਂ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਫਾਈਂਡ ਕਰਨਾ ਹੈ, ਇਹਦੇ ਐਲੀਮੈਂਟ ਨੂੰ ਛੱਡ ਕੇ ਬਾਕੀ ਯੂਨੀਵਰਸਲ ਸੈੱਟ ਦੇ ਸਾਰੇ ਐਲੀਮੈਂਟ ਲਿਖਾਂਗੇ। ਮੀਨਸ 2 ਨੂੰ ਛੱਡ ਕੇ ਬਾਕੀ ਸਾਰੇ ਐਲੀਮੈਂਟ ਲਿਖਣੇ ਨੇ 1 3 4 5 6 7 8 और 9। ਕਲੀਅਰ। ਇਹ ਆਪਣੀ ਕੋਲ ਕੀ ਆ ਗਿਆ A ਇੰਟਰਸੈਕਸ਼ਨ B ਦਾ ਕੰਪਲੀਮੈਂਟ। ਹੁਣ ਆਪਣੀ ਕੋਲ ਲੈਫਟ ਹੈਂਡ ਸਾਈਡ ਆਪਾਂ ਪ੍ਰੂਫ ਕਰ ਲਈ, ਚੈੱਕ ਕਰ ਲਈ। ਮੀਨਸ ਹੁਣ ਆਪਾਂ ਚੈੱਕ ਕਰਦੇ ਹਾਂ ਰਾਈਟ ਹੈਂਡ ਸਾਈਡ ਕੀ ਆਉਂਦਾ ਹੈ। ਪਹਿਲਾਂ ਆਪਾਂ ਕੀ ਕਰਨਾ, ਲੈਫਟ ਹੈਂਡ ਸਾਈਡ ਨੂੰ ਸੋਲਵ ਕਰਨਾ ਹੈ, ਦੈਨ ਆਪਾਂ ਰਾਈਟ ਹੈਂਡ ਸਾਈਡ ਨੂੰ ਸੋਲਵ ਕਰਨਾ ਹੈ, ਦੈਨ ਵੈਰੀਫਾਈ ਕਰਨਾ ਹੈ ਕਿ ਦੋਵੇਂ ਇਕੁਅਲ ਆਉਂਦੇ ਆ ਜਾਂ ਨਹੀਂ ਆਉਂਦੇ। ਕਲੀਅਰ। ਹੁਣ ਆਪਾਂ ਰਾਈਟ ਹੈਂਡ ਸਾਈਡ ਦੇ ਵਿੱਚ ਕੀ ਕਰਨਾ ਹੈ, A ਕੰਪਲੀਮੈਂਟ ਯੂਨੀਅਨ B ਦਾ ਕੰਪਲੀਮੈਂਟ। ਇਹਦੇ ਵਿੱਚ ਵੀ ਆਪਾਂ ਨੂੰ ਜ਼ਰੂਰਤ ਹੈ A ਦੇ ਕੰਪਲੀਮੈਂਟ ਦੀ। ਸੋ A ਦਾ ਕੰਪਲੀਮੈਂਟ ਆਪਣੇ ਕੋਲ ਕੀ ਆਊਗਾ 2 4 6 8 ਨੂੰ ਛੱਡ ਕੇ। ਦੇਖੋ 2 4 6 8 ਨੂੰ ਛੱਡ ਕੇ ਬਾਕੀ ਐਲੀਮੈਂਟਸ ਕਿਹੜੇ ਨੇ ਆਪਣੇ ਕੋਲ, ਆ ਆਪਣੇ
कोल एलिमेंट सी। देन बी दा कॉम्प्लीमेंट फाइंड करना आपां। देन बी दा कॉम्प्लीमेंट अपने कोल की है बच्चे 2 3 5 7 ਨੂੰ ਛੱਡ ਕੇ ਬਾਕੀ ਸਾਰੇ ਐਲੀਮੈਂਟਸ 5 ਨੂੰ ਛੱਡਤਾ देन 6 7 नहीं लिखना 8 और 9 ये आ गया सी। हुन बच्चे ਆਪਾਂ फाइंड करना है इन्हां दोवां दे बिटवीन यूनियन। यूनियन दे विच बच्चे ਆਪਾਂ की करदे आ सारे एलिमेंट लेने ने जो एलिमेंट कॉमन ने ओनू सिर्फ एक बार लेना। 1 कॉमन है इनू एक बार लिख लो। देन 3 फिर 4 फिर 5 फिर 6 फिर 7 फिर 8 फिर 9। हुन देखो जो ए सेट दे एलिमेंट आए सी जो ए सेट दे एलिमेंट्स ने वो दोवें इक्वल ने मींस ये दोवें सेट इक्वल ने। देखो 1 भी 3 4 5 6 7 8 और 9 दोनों सेट दे एलिमेंट बच्चे आप देखिए दोनों दे सेम आ रहे हैं मींस की होगा राइट लेफ्ट हैंड साइड इज इक्वल टू राइट हैंड साइड। क्लियर? लेफ्ट हैंड साइड इज इक्वल टू राइट हैंड साइड। खब्बा पासा बराबर सज्जा पासा आप कह सकते हैं। क्लियर? पहला आप की करना है लेफ्ट हैंड साइड नु सॉल्व करना है फिर आप राइट हैंड साइड नु सॉल्व करना फिर दोनों नु वेरीफाई करना है कि दोनों इक्वल आ रहे हैं या नहीं आ रहे। ਇਹਦੇ ਨਾਲ अपना फोर्थ क्वेश्चन कंप्लीट हो गया। ਹੁਣ ਆਪਾਂ ਦੇਖਦੇ ਹਾਂ क्वेश्चन नंबर 5। ਜੇ ਆਪਾਂ ਹੁਣ ਦੇਖਦੇ ਹਾਂ क्वेश्चन नंबर 5 एक्सरसाइज 1.5 ਦਾ क्वेश्चन नंबर 5। ਆਪਾਂ ਨੂੰ ਕੀ ਸਟੇਟਮੈਂਟਸ ਗਿਵਨ ਹੈ ਡਰਾ ਐਪਰੀਸ਼ੀਏਟ ਵਿਨ ਡਾਇਗਰਾਮ ਫॉर ਈਚ ਆਫ ਦਾ ਫॉलोइंग सेट। ਇਹ ਬੱਚੇ ਆਪਾਂ ਨੂੰ ਦੋ ਸੈਟ ਗਿਵਨ ਨੇ ਮੀਨਸ ਦਾ ਸੈਟ ਗਿਵਨ ਆਪਣੇ ਕੋਲ ਇਹਦਾ ਆਪਾਂ ਕੀ ਕਰਨਾ ਵਿਨ ਡਾਇਗਰਾਮ ਫਾਈਂਡ ਕਰਨੀ ਹੈ ਵਿਨ ਡਾਇਗਰਾਮ ਡਰਾ ਕਰਨੀ ਹੈ। ठीक है आप देखा हुआ विन डायग्राम की होंगी है। अगर बच्चे तुसी वो लैक्चर नहीं देखा विन डायग्राम वाला मेरा प्लीज़ चैनल पे जाकर जरूर देखो। वो लैक्चर में बहुत ईजी लैंग्वेज दे विच विन डायग्राम नू एक्सप्लेन किया हुआ है। जो एक्सरसाइज 1.6 आ उनके लिए इंपॉर्टेंट है लैक्चर। तुसी प्लीज़ जाके चैनल पे सर्च करके देखो विन डायग्राम बाय अकाला एजुकेशन इंस्टीट्यूट। तुसी देखो वो तुसी वीडियो जरूर वॉच करियो उनके नाल तुहाडे विन डायग्राम के सारे ही जो डाउट्स ने वो क्लीयर हो जाएंगे। बट मैं तुहानू फिर भी थोड़ा एक्सप्लेन करती है थोड़ा रिवाइज करवा दी है विन डायग्राम की होंगी है। विन डायग्राम की डेफिनेशन की होंगी सी बच्चे रिलेशनशिप बिटवीन सेट कैन बी रिप्रेजेंटेड बाय विन डायग्राम। जो सेट के बिटवीन रिलेशनशिप हुंदा आपां नू विन डायग्राम नाल एक्सप्लेन करते सी। इहदे विच की हुंदा सी एक यूनीवर्सल सेट हुंदा सी एक हुंदा सबसेट हुंदा सी। जो यूनीवर्सल सेट हुंदा सी आपां नू रेक्टेंगल नाल रिप्रेजेंट करते सी एंड जो सबसेट हुंदा सी यूनीवर्सल सेट ना रेक्टेंगल नाल रिप्रेजेंट करते सी यूनीवर्सल सेट नू एंड जो दा सबसेट हुंदा सी बच्चे आपां नू सर्कल नाल रिप्रेजेंट करते सी। क्लियर? ओवें ही इत्थे आपां की करना है इना पता लग गया यूनीवर्सल सेट नू आपां कादे नाल रिप्रेजेंट करना रेक्टेंगल नाल एंड जो सबसेट होंदा उन्हों सर्कल नाल रिप्रेजेंट करना है। इहदे विच बच्चे आपां नू की क्या आपां ए यूनियन बी दा कॉम्प्लीमेंट फाइंड करना है। पहला तुसीं देखो एक विन डायग्राम मैं ड्रॉ कर लेनी है। देखो रेक्टेंगल बना लो आपां इहनूं यूनीवर्सल सेट लै लैंदे आ। सही तरीके नाल बनाओ तुसीं एवें आपां इहनूं लै लिया एक यूनीवर्सल सेट यू यूनीवर्सल सेट ले लिया एंड इथे अपन केड़े सेट गिवन ने दो सेट गिवन ने ए यूनियन बी। यूनियन दे विच बच्चे अपन की करते हैं ए और बी दे सारे एलिमेंट लेने हैं मींस इहदे विच कुछ कॉमन हैगा ना ए दे बी विच तां करके अपन ए नू आ ए सेट दी डायग्राम है एंड बी सेट नू एवें लवांगे अपने कोल बी सेट है। आ यूनीवर्सल सेट ए दे दोवें सबसेट सी इन तुसी सर्कल में रिप्रेजेंट करना है। ਹੁਣ ਇਹਨਾਂ ਦੇ ਵਿੱਚ यूनियन है यूनियन ਦਾ मतलब ਕੀ ਹੁੰਦਾ ਹੈ ਆਪਾਂ ਸਾਰੇ ਐਲੀਮੈਂਟ ਲੈਣੇ ਹੈ A ਤੇ B ਦੇ। ਹੁਣ A ਤੇ B ਦੇ ਜਦੋਂ ਆਪਾਂ ਸਾਰੇ ਐਲੀਮੈਂਟ ਲੈਣੇ ਨੇ ਮੀਨਸ ਆ ਏਰੀਆ A यूनियन B ਦਾ ਹੋਊਗਾ ਜਿਹੜਾ ਏਰੀਆ ਵਿੱਚ ਕਦਾ ਹੋਊਗਾ A यूनियन B ਦਾ ਬਿਕੋਜ਼ ਆਪਾਂ ਸਾਰੇ ਐਲੀਮੈਂਟ ਲਿੱਤੇ ਨੇ। ਆ ਵਿਨ ਡਾਇਗਰਾਮ ਡਰਾ ਕਰ ਲਈ। ਹੁਣ ਗੱਲ ਹੈ ਤੇ ਕੰਪਲੀਮੈਂਟ ਦੀ। ਕੰਪਲੀਮੈਂਟਸ ਬੱਚੇ ਆਪਾਂ ਕੀ ਕਰਦੇ ਸੀ ਆਪਾਂ ਉਹ ਸੈਟ ਦੇ ਐਲੀਮੈਂਟ ਨੂੰ ਛੱਡ ਕੇ यूनिवर्सल सेट ਦੇ ਸਾਰੇ ਐਲੀਮੈਂਟ ਲੈਂਦੇ ਸੀ। ਹੁਣ A ਸੈਟ ਦਾ A यूनियन B ਦਾ ਏਰੀਆ ਕਿੰਨਾ
आ वाला मीनस ਆਪਾਂ आ एरिया ਨੂੰ ਛੱਡ ਕੇ ਬਾਕੀ ਸਾਰਾ एरिया लेना है मीनस आ वाला सारा एरिया लेना ए ਛੱਡ ਦੇ एरिया ਨੂੰ ਛੱਡ ਕੇ ए ਸਾਈਡ ਦਾ ਜਿਹੜਾ एरिया ਨੂੰ ਛੱਡ ਕੇ ਬਾਕੀ ਜਿੰਨਾ ਵੀ एरिया बचा ਇਹ ਕਾਹਦਾ ਹੋਊਗਾ ए यूनियन बी ਦੇ ਕੰਪਲੀਮੈਂਟ ਦਾ ਹੋਊਗਾ ਕਿਉਂ ਐਵੇਂ ਲਿਖਤਾ ਦੇਖੋ ਬੱਚੇ ਆਪਾਂ A यूनियन B ਪਹਿਲਾਂ ਵਿਨ ਡਾਇਗਰਾਮ ਦੇ ਵਿੱਚ ਫਾਈਂਡ ਕਰ ਲਿਆ ਕਿ ਆਪਣਾ A यूनियन B ਕਿਹੜਾ ਹੁਣ ਜਦੋਂ ਆਪਾਂ ਕੰਪਲੀਮੈਂਟ ਫਾਈਂਡ ਕਰਦੇ ਸੀ ਜਿਸ ਸੈੱਟ ਦਾ ਆਪਾਂ ਕੰਪਲੀਮੈਂਟ ਫਾਈਂਡ ਕਰਦੇ ਸੀ ਉਸ ਸੈੱਟ ਦੇ ਐਲੀਮੈਂਟ ਨੂੰ ਛੱਡ ਕੇ ਯੂਨੀਵਰਸਲ ਸੈੱਟ ਦੇ ਆਪਾਂ ਸਾਰੇ ਐਲੀਮੈਂਟਸ ਲੈਂਦੇ ਸੀ ਕਲੀਅਰ ਨਾ ਉਵੇਂ ਆਪਾਂ ਆ ਏਰੀਆ ਨੂੰ ਛੱਡਤਾ जो अपना बाकी एरिया बचता वो अपनी को की होगा A यूनियन B ਦਾ ਕੰਪਲੀਮੈਂਟ ਹੋਊਗਾ जो रेड जिन्हों मैं रेड मार्कर ਦਾ ਸ਼ੇਡਡ ਕੀਤਾ ਉਹ ਏਰੀਆ ਕਾਹਦਾ ਆਪਣਾ A यूनियन B ਦਾ ਕੰਪਲੀਮੈਂਟ ਕਲੀਅਰ ਸਟੂਡੈਂਟਸ ਉਵੇਂ ਹੁਣ ਆਪਾਂ ਕਰਦੇ ਆ ਪਾਰਟ ਸੈਕਿੰਡ ਦੇਖੋ ਬੱਚੇ ਆਪਣੀ ਕੋਲ ਪ੍ਰੋਪਰਟੀ ਹੁੰਦੀ ਸੀ ਆਪਾਂ ਕੰਪਲੀਮੈਂਟ ਦੀ ਪ੍ਰੋਪਰਟੀ ਕਰਕੇ ਆਏ ਆ ਪਿੱਛੇ ਇੰਟਰੋਡਕਸ਼ਨ ਲੈਕਚਰ ਦੇ ਵਿੱਚ ਆ ਆਪਣੀ ਕੋਲ ਪ੍ਰੋਪਰਟੀ ਹੁੰਦੀ ਸੀ ਕਲੀਅਰ A union B ਦਾ complement is equal to A ਦਾ complement intersection B ਦਾ complement ਤੁਹਾਨੂੰ ਯਾਦ ਹੈ ਜਦੋਂ ਆਪਾਂ ਹੁਣ ਕੁਐਸਚਨ ਨੰਬਰ 4th ਕੀਤਾ ਉਹਦਾ ਫਰਸਟ ਪਾਰਟ ਦੇ ਵਿੱਚ ਵੀ ਆਪਾਂ ਨੂੰ ਉਹ ਕੁਐਸਚਨ ਦਿੱਤਾ ਸੀ ਆਪਾਂ ਇਹਨੂੰ ਵੈਰੀਫਾਈ ਕਰਨਾ ਸੀ ਉਵੇਂ ਰਾਈਟ ਹੈਂਡ ਸਾਈਡ ਪ੍ਰੂਫ ਕਰਕੇ ਆਪਾਂ ਲੈਫਟ ਹੈਂਡ ਸਾਈਡ ਪ੍ਰੂਫ ਕੀਤੀ ਸੀ ਇਹ ਆਪਣਾ ਕੀ ਹੋ ਗਿਆ ਸੀ ਪ੍ਰੂਫ ਹੋ ਗਿਆ ਸੀ ਮੀਨਸ ਆ ਗਈ ਪ੍ਰੋਪਰਟੀ ਹੈ ਹੁਣ ਜਦੋਂ ਆ ਪ੍ਰੋਪਰਟੀ ਹੈ ਮੀਨਸ ਆਪਾਂ ਫਿਰ ਇਹ ਪ੍ਰੋਪਰਟੀ जो अपना A कंप्लीमेंट इंटरसेक्शन B ਦਾ कंप्लीमेंट है वो A यूनियन B ਦੇ ਇਕੁਅਲ ਹੈ ਜਦੋਂ ਇਹ A यूनियन B ਦੇ ਇਕੁਅਲ ਹੈ ਕੰਪਲੀਮੈਂਟ ਦੇ ਫਿਰ ਇਹਦੇ ਲਈ ਵੀ ਵਿਨ ਡਾਇਗਰਾਮ ਬਿਲਕੁਲ ਸੇਮ ਹੋਏਗੀ ਉਵੇਂ ਯੂਨੀਵਰਸਲ ਸੈਟ ਨੂੰ ਆਪਾਂ ਰੈਕਟੈਂਗਲ ਨਾਲ ਰਿਪਰੈਜ਼ੈਂਟ ਕਰਾਂਗੇ ਜੋ ਇਹਦੇ ਸਬਸੈਟ ਨੇ ਉਹਨਾਂ ਨੂੰ ਸਰਕਲ ਨਾਲ ਰਿਪਰੈਜ਼ੈਂਟ ਕਰਾਂਗੇ ਇਹ A ਦਾ ਇਹ B ਦਾ ਉਵੇਂ ਆਪਾਂ ਇਹ ਏਰੀਆ ਆਪਣਾ ਕਿਹੜਾ ਸੀਗਾ A यूनियन B ਦਾ ਏਰੀਆ ਤੇ ਬਾਕੀ ਜਿਹੜਾ ਏਰੀਆ ਬਚੂਗਾ ਇਹ ਆਪਣਾ ਸਾਰਾ ਕਿਹੜਾ ਏਰੀਆ ਹੋਊਗਾ A ਕੰਪਲੀਮੈਂਟ ਇੰਟਰਸੈਕਸ਼ਨ B ਕੰਪਲੀਮੈਂਟ ਦਾ ਏਰੀਆ ਉਵੇਂ ਰੈਡ ਮਾਰਕਰ ਵਾਲਾ ਕਿਹੜਾ ਏਰੀਆ ਆਪਣਾ A ਕੰਪਲੀਮੈਂਟ ਇੰਟਰਸੈਕਸ਼ਨ B ਦਾ ਕੰਪਲੀਮੈਂਟ ਬਿਕੋਜ਼ ਇਹ ਪ੍ਰੋਪਰਟੀ ਸੀ ਦੋਵੇਂ ਇਕੁਅਲ ਸੀ ਦੋਵਾਂ ਦੀ ਵਿਨ ਡਾਇਗਰਾਮ ਸੇਮ ਹੀ ਹੈ ਹੁਣ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 5 ਦਾ ਨੈਕਸਟ ਪਾਰਟ ਆਪਾਂ ਨੂੰ ਕੀ ਗਿਵਨ ਹੈ ਆਪਾਂ ਕਿੰਦੇ ਦੀ ਵਿਨ ਡਾਇਗਰਾਮ ਡਰਾ ਕਰਨੀ ਹੈ ਆਪਾਂ ਹੁਣ ਦੇਖਦੇ ਹਾਂ ਕੁਐਸਚਨ ਨੰਬਰ 5 ਦਾ ਥਰਡ ਪਾਰਟ ਇਹਦੇ ਵਿੱਚ ਆਪਾਂ ਨੂੰ ਕੀ ਕਿਹਾ A ਇੰਟਰਸੈਕਸ਼ਨ B ਦੇ ਕੰਪਲੀਮੈਂਟ ਦੀ ਆਪਾਂ ਕੀ ਕਰਨੀ ਹੈ ਵਿਨ ਡਾਇਗਰਾਮ ਫਾਈਂਡ ਕਰਨੀ ਹੈ ਉਵੇਂ ਆਪਾਂ ਕਿਵੇਂ ਕਰਾਂਗੇ ਯੂਨੀਵਰਸਲ ਸੈਟ ਇਜ਼ ਰਿਪਰੈਜ਼ੈਂਟਡ ਬਾਈ ਰੈਕਟੈਂਗਲ ਕਲੀਅਰ ਆਪਾਂ ਇਹਨੂੰ ਰੈਕਟੈਂਗਲ ਹੁਣ ਇੱਥੇ ਆਪਣੀ ਕੋਲ ਕੀ ਸੀ ਦੋ ਸੈਟ ਸੀ सबसेट ਕਿਹੜੇ ਸੀ ਯੂਨੀਵਰਸਲ ਸੈਟ ਦੇ A ਐਂਡ B ਹੁਣ ਦੇਖੋ ਇੱਥੇ ਆਪਾਂ ਨੂੰ ਕੀ ਕਿਹਾ ਇੰਟਰਸੈਕਸ਼ਨ ਬੱਚੇ ਆਪਾਂ ਵਾਰ-ਵਾਰ ਮੈਂ ਤੁਹਾਨੂੰ ਦੱਸ ਰਹੀ ਹਾਂ ਇੰਟਰਸੈਕਸ਼ਨ ਦੇ ਵਿੱਚ ਆਪਾਂ ਓਨਲੀ ਕਾਮਨ ਐਲੀਮੈਂਟ ਲੈਣੇ ਆ ਸੋ ਇਹਨਾਂ ਦਾ ਕਾਮਨ ਪਾਰਟ ਕਿਹੜਾ ਹੈ ਨਾ ਦੋਵਾਂ ਡਾਇਗਰਾਮ ਦੇ ਵਿੱਚ ਕਾਮਨ ਏਰੀਆ ਕਿਹੜਾ ਆਹ ਵਾਲਾ ਹਨਾ ਇਹ ਜਿਹੜਾ ਕਾਮਨ ਏਰੀਆ ਆਪਣੇ ਕੋਲ ਕਿਹੜਾ A ਇੰਟਰਸੈਕਸ਼ਨ B ਦਾ B ਹਨਾ ਇਹਦੇ ਵਿੱਚ ਆਪਾਂ ਨੂੰ ਕਾਮਨ ਏਰੀਆ ਕਿਹੜਾ ਆਪਣੀ ਕੋਲ ਦੋਵਾਂ ਦੇ ਵਿੱਚ ਇੰਟਰਸੈਕਸ਼ਨ ਦੇ ਵਿੱਚ ਕੀ ਕਰਦੇ ਆ ਕਾਮਨ ਐਲੀਮੈਂਟ ਲੈਂਦੇ ਆ ਉਵੇਂ ਇਹਨਾਂ ਬਿਟਵੀਨ ਕਾਮਨ ਏਰੀਆ ਕਿਹੜਾ ਆਪਣੀ ਕੋਲ ਆਹ ਵਾਲਾ ਮੀਨਸ ਹੁਣ ਆਪਾਂ ਨਾ A ਇੰਟਰਸੈਕਸ਼ਨ B ਲਈ ਵਿਨ ਡਾਇਗਰਾਮ ਡਰਾ ਕਰ ਲਈ ਹੁਣ ਨੈਕਸਟ ਆਪਾਂ ਕੀ ਕਰਨਾ ਕੰਪਲੀਮੈਂਟ ਮੀਨਸ ਆ ਏਰੀਆ ਨੂੰ ਛੱਡ ਕੇ ਹੁਣ ਆਪਾਂ ਕੀ ਕਰਨਾ ਕੰਪਲੀਮੈਂਟ ਫਾਈਂਡ ਕਰਨਾ ਮੀਨਸ ਇਹ ਪਾਰਟ ਨੂੰ ਛੱਡ ਕੇ ਇਹ ਐਲੀਮੈਂਟ ਨੂੰ ਛੱਡ ਕੇ ਇਹ ਏਰੀਆ ਨੂੰ ਛੱਡ ਕੇ ਬਾਕੀ ਯੂਨੀਵਰਸਲ ਸੈਟ ਦਾ ਸਾਰੇ ਐਲੀਮੈਂਟ ਲੈਂਦੇ ਸੀ ਆਪਾਂ ਉਵੇਂ ਇਹ ਏਰੀਆ ਨੂੰ ਛੱਡ ਕੇ ਬਾਕੀ ਯੂਨੀਵਰਸਲ ਸੈਟ ਦਾ ਸਾਰਾ ਏਰੀਆ ਮੀਨਸ ਆ ਵੀ ਵਿੱਚ ਇਨਵੋਲਵ ਹੋਗਾ ਆ ਏਰੀਆ ਸਾਰਾ ਏਰੀਆ ਵਿੱਚ ਬਸ ਆ ਵਾਲੀ ਪਾਰਟ ਕਲਰ ਜਿਹੜਾ ਆ ਪਾਰਟ ਹੈ ਨਾ ਇਹਨੂੰ ਛੱਡ ਕੇ ਬਾਕੀ ਸਾਰਾ ਏਰੀਆ ਲੈਣਾ ਆਪਾਂ ਕਿਹੜੇ ਪਾਰਟ ਨੂੰ ਛੱਡ ਕੇ ਓਨਲੀ ਆ ਵਾਲੀ ਪਾਰਟ ਨੂੰ ਛੱਡ ਕੇ ਵਿਚਕਾਰ ਵਾਲੇ ਕਾਮਨ ਛੱਡ ਕੇ ਬਾਕੀ ਯੂਨੀਵਰਸਲ ਸੈਟ ਦਾ ਸਾਰਾ ਏਰੀਆ ਜਿਹਨੂੰ ਮੈਂ ਰੈੱਡ ਮਾਰਕਰ ਨਾਲ ਰਿਪਰੈਜ਼ੈਂਟ ਕੀਤਾ ਉਹ ਆਪਣੀ ਕੋਲ ਸਾਰਾ ਏਰੀਆ ਵਾਲਾ ਕਿਹੜਾ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਹੁਣ ਬੱਚੇ ਇਹ ਆਪਾਂ ਨੈਕਸਟ ਪਾਰਟ ਦੇਖਦੇ ਆ ਆਪਣੀ ਕੋਲ ਪ੍ਰੋਪਰਟੀ ਆਪਾਂ ਦੇਖੀ ਹੈ ਜਦੋਂ ਆਪਾਂ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਕਰਦੇ ਆ ਉਹ ਆਪਣੀ ਕੋਲ ਇਕੁਅਲ ਹੁੰਦਾ ਹੈ A ਦਾ ਕੰਪਲੀਮੈਂਟ ਯੂਨੀਅਨ B ਦਾ ਕੰਪਲੀਮੈਂਟ ਡਿਊ ਟੂ ਪ੍ਰੋਪਰਟੀ ਆਪਾਂ ਦੇਖਿਆ ਨਾ ਪ੍ਰੋਪਰਟੀ ਆਫ
ਤਾਂ करके इहदे किंदे प्रॉपर्टीज देखी आपां कॉम्प्लीमेंट दियां, सो ये दोवें बराबर ने, इक्वल ने, सो इहदे लिए भी वेन डायग्राम आ सेम ही होएगी। ए वाली क्वेश्चन लिए भी वेन डायग्राम यही होगी। इहदे नाल अपना क्वेश्चन नंबर 5 भी कंप्लीट हो गया। हुण आपां देखदे हां क्वेश्चन नंबर 6। आपां हुण देखदे हां क्वेश्चन नंबर 6 दा आपां नूं स्टेटमेंट च की गिवन है, let U be the set of all triangles in a plane if A is a set of all triangle with at least one angle different from 60 degree, what is A complement? ਆਪਾਂ ਇਹਦੇ ਵਿੱਚ ਦੇਖਣਾ A complement ਕੀ ਹੈ। ਉਹ ਕਹਿੰਦੇ ਮੰਨ ਲਓ let ਅਗਰ ਜਿਹੜਾ U ਆ ਉਹਦੇ ਵਿੱਚ ਸਾਰੇ ਐਵੇਂ ਦੇ ਟ੍ਰਾਇੰਗਲ ਦਾ ਸੈੱਟ ਆਂਦਾ ਹੈ, ਉਹਦੇ ਵਿੱਚ ਸੈੱਟ ਆਂਦਾ ਸਾਰੇ ਹੀ ਟ੍ਰਾਇੰਗਲਸ ਦਾ। U ਦੇ ਵਿੱਚ ਕੀ ਹੈ, set of all triangles in a plane। एंड ए विच ਆਪਾਂ ਨੂੰ ਕੀ ਕਿਹਾ ਹੈ, ਇਹ ਆਪਣੇ ਕੋਲ ਕੋਈ ਵੀ ਐਵੇਂ ਦਾ ਸੈੱਟ ਹੈ ਜਿੰਦਾ ਐਟਲੀਸਟ ਇੱਕ ਐਂਗਲ ਡਿਫਰੈਂਟ ਹੋਵੇ 60 ਡਿਗਰੀ ਤੋਂ, ਮੀਨਸ ਜਿੰਦਾ ਐਟਲੀਸਟ ਇੱਕ ਐਂਗਲ ਡਿਫਰੈਂਟ ਹੋਵੇ 60 ਡਿਗਰੀ ਤੋਂ। ਇਹਦਾ ਮਤਲਬ ਕੀ ਹੈ, ਮੀਨਸ 60 ਡਿਗਰੀ ਦਾ ਹੁੰਦਾ ਇੱਕ ਐਂਗਲ ਨਾ ਹੋਵੇ, ਉਸ ਥਾਂ ਤੇ ਐਂਗਲ ਆਪਾਂ ਕੀ ਹੁੰਦਾ ਹੈ, ਜਿਵੇਂ ਆ ਦੇਖੋ ਇਹਦਾ ਐਂਗਲ ਕਿੰਨਾ 60 ਡਿਗਰੀ। ਉਹ ਕਹਿੰਦੇ ਆ ਇਹ ਆਪਣੇ ਕੋਲ ਕੀ ਹੈ, ਸੈੱਟ ਆਫ all triangles with at least one angle different from 60 degree। जिंदा एक एंगल 60 डिग्री ना हो, एटलीस्ट एक एंगल 60 डिग्री ना हो, मींस एवें जिंदा जिवें आ एंगल की आपां किवें मतलब कोई भी ट्रायंगल है जिंदा मतलब एक एंगल घट्टो घट एक एंगल 60 डिग्री का ना होवे। आपां नूं ए सेट विच एवें गिवन है, जदों आपां कॉम्प्लीमेंट फाइंड करदे आपां की करदे आ, उस सेट दे एलीमेंट नूं छड्ड के बाकी सारे एलीमेंट लिखदे आ, मींस कॉम्प्लीमेंट दे विच आपां उल्टा कर दिंदे आ, है ना। हुण जदों आपां कॉम्प्लीमेंट फाइंड करदे आ, अपने कोल की कंडीशन हुंदी, फार्मूला भी आपां कीता है, यूनीवर्सल सेट दे विचों ए सेट नूं माइनस कर दिंदे आ। ਆਪਾਂ ਨੂੰ ਕਿ ਐਟਲੀਸਟ ਵਨ ਐਂਗਲ ਡਿਫਰੈਂਟ ਫਰਮ 60 ਡਿਗਰੀ, ਘੱਟੋ ਘੱਟ ਇੱਕ ਐਂਗਲ 60 ਡਿਗਰੀ ਤੋਂ ਡਿਫਰੈਂਟ ਹੋਵੇ, ਹੈ ਨਾ। ਹੁਣ ਜਿਵੇਂ ਆਪਾਂ ਆ ਕੰਡੀਸ਼ਨ ਤਾਂ ਲੈਣੀ ਨਹੀਂ, ਕੰਪਲੀਮੈਂਟ ਦੇ ਵਿੱਚ ਆਪਾਂ ਕੀ ਕਰਦੇ ਹਾਂ, ਦਾ ਉਲਟਾ ਕਰ ਦਿੰਦੇ ਆ। ਸੋ ਆਪਾਂ ਇਹ ਟ੍ਰਾਇੰਗਲ, ਜਿਵੇਂ ਆਪਾਂ ਇਹ ਟ੍ਰਾਇੰਗਲ ਡਰਾ ਕੀਤੀ ਹੈ ਤੇ ਆਪਾਂ ਲੈ ਲੈਂਦੇ ਤਿੰਨੋਂ ਐਂਗਲ 60 ਡਿਗਰੀ ਹੈ। ਇਹਦੇ ਵਿੱਚ ਤਾਂ ਆਪਾਂ ਨੂੰ ਇਹੀ ਕਿਹਾ ਸੀ 60 ਡਿਗਰੀ ਇੱਕ ਐਂਗਲ ਘੱਟੋ ਘੱਟ ਇੱਕ ਐਂਗਲ 60 ਡਿਗਰੀ ਨਾ ਹੋਵੇ, ਬਟ ਹੁਣ ਆਪਾਂ ਇੱਥੇ ਕੀ ਕਰ ਰਹੇ ਹਾਂ, ਤਾਂ ਕੰਪਲੀਮੈਂਟ ਫਾਈਂਡ ਕਰ ਰਹੇ ਹਾਂ। ਕੰਪਲੀਮੈਂਟ ਦੇ ਵਿੱਚ ਆਪਾਂ ਕੀ ਕਰਦੇ ਸੀ, ਕੰਡੀਸ਼ਨ ਨੂੰ ਉਲਟਾ ਦੇਖਦੇ ਹੁੰਦੇ ਸੀ, ਤਾਂ ਕਰਕੇ ਆਪਾਂ ਤਿੰਨੋਂ ਐਂਗਲ 60 ਡਿਗਰੀ ਦੇ ਲੈ ਲੈਂਦੇ ਆ। ਜਿਹੜੇ ਟ੍ਰਾਇੰਗਲ ਦੇ ਤਿੰਨੋਂ ਐਂਗਲ 60 ਡਿਗਰੀ ਦੇ ਹੁੰਦੇ, ਆਪਾਂ ਨੂੰ ਕੀ ਕਹਿੰਦੇ ਆ, ਇਕੁਇਲੇਟਰਲ ਟ੍ਰਾਇੰਗਲ। ਠੀਕ ਹੈ। ਉਵੇਂ ए ਕੰਪਲੀਮੈਂਟ ਆਪਣੇ ਕੋਲ ਕੀ ਆ ਜਾਊਗਾ, the set of all equilateral triangle। क्लियर स्टूडेंट, ਇਹਦੇ ਵਿੱਚ ਆਪਾਂ ਨੂੰ ਕੀ ਕਿਹਾ ਸੀ, ਇੱਕ ਵਾਰੀ ਦੁਬਾਰਾ ਦੇਖ ਲਓ ਤੁਸੀਂ ਕੀ ਕਹਿਣਾ ਚਾਹੁੰਦਾ ਹੈ ਆਪਣੇ ਕੋਲ ਕੁਐਸਚਨ। ਉਹਨਾਂ ਨੇ ਕਿਹਾ ਸੀ ਕਿ ਮੰਨ ਲਓ U ਜਿਹੜਾ ਕੋਈ ਵੀ ਸੈੱਟ ਹੋਵੇ all triangles in a plane ਦੇ ਵਿੱਚ, ਕਿਉਂਕਿ ਯੂਨੀਵਰਸਲ ਸੈੱਟ ਤਾਂ ਕਰਕੇ ਇਹਦੇ ਵਿੱਚ ਸਾਰੇ ਹੀ ਟ੍ਰਾਇੰਗਲਸ ਹੋਣਗੇ। ਯੂਨੀਵਰਸਲ ਸੈੱਟ ਦੇ ਵਿੱਚ ਸਾਰੇ ਹੀ ਐਲੀਮੈਂਟਸ ਪ੍ਰੈਜ਼ੈਂਟ ਹੁੰਦੇ ਨੇ। ਨੈਕਸਟ ਆਪਣੇ ਕੋਲ A ਸੈੱਟ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ, ਐਵੇਂ ਦਾ ਕੋਈ ਵੀ ਸੈੱਟ ਜਿੰਦੇ ਵਿੱਚ ਇੱਕ ਐਵੇਂ ਦੇ ਕੋਈ ਵੀ ਟ੍ਰਾਇੰਗਲ ਜਿੰਦੇ ਵਿੱਚ ਇੱਕ ਐਂਗਲ ਘੱਟੋ ਘੱਟ 60 ਡਿਗਰੀ ਨਾ ਹੋਵੇ। ਸੋ ਕੰਪਲੀਮੈਂਟ ਫਾਈਂਡ ਕਰਨਾ ਸੀ, ਕੰਪਲੀਮੈਂਟ ਦੇ ਵਿੱਚ ਆਪਾਂ ਉਲਟਾ ਲੈਣੇ ਹੁੰਨੇ ਆ, ਮੀਨਸ ਜਿੰਦਾ ਆਪਾਂ ਕੰਪਲੀਮੈਂਟ ਫਾਈਂਡ ਕਰਨਾ ਉਹਨਾਂ ਦੇ ਐਲੀਮੈਂਟ ਨੂੰ ਛੱਡ ਕੇ, ਉਸ ਸੈੱਟ ਦੇ ਐਲੀਮੈਂਟ ਨੂੰ ਛੱਡ ਕੇ ਯੂਨੀਵਰਸਲ ਸੈੱਟ ਦੇ ਆਪਾਂ ਸਾਰੇ ਐਲੀਮੈਂਟਸ ਲੈਣੇ ਆ। ਸੋ ਇਹ ਕੰਡੀਸ਼ਨ ਨੂੰ ਛੱਡ ਕੇ ਇਹਨਾਂ ਨੇ ਕਿਹਾ ਸੀ ਘੱਟੋ ਘੱਟ ਇੱਕ ਐਂਗਲ 60 ਡਿਗਰੀ ਨਾ ਹੋਵੇ। ਸੋ ਆਪਾਂ ਐਵੇਂ ਦੇ ਟ੍ਰਾਇੰਗਲ ਲੈ ਲਈ ਜਿੰਦੇ ਤਿੰਨੋਂ ਐਂਗਲ 60 ਡਿਗਰੀ ਹੈ। ਸੋ ਐਵੇਂ ਦੇ ਟ੍ਰਾਇੰਗਲ ਕੀ ਹੁੰਦੀ ਹੈ, ਇਕੁਇਲੇਟਰਲ ਟ੍ਰਾਇੰਗਲ, ਤਾਂ ਕਰਕੇ ਆਪਣੇ ਕੋਲ ਇਹ ਆ ਗਿਆ। ਇਹਦੇ ਨਾਲ ਆਪਣਾ ਕੁਐਸਚਨ ਨੰਬਰ 6 ਕੰਪਲੀਟ ਹੋ ਗਿਆ। ਹੁਣ ਆਪਾਂ ਦੇਖਦੇ ਹਾਂ ਇਸ ਐਕਸਰਸਾਈਜ਼ ਦਾ ਲਾਸਟ ਕੁਐਸਚਨ, ਜੋ ਕੀ ਹੈ ਕੁਐਸਚਨ ਨੰਬਰ 7। क्वेश्चन बचे क्वेश्चन नंबर 7। चलो आप देखते हैं ਇਹਦੇ ਵਿੱਚ ਆਪਾਂ ਨੂੰ ਕੀ ਸਟੇਟਮੈਂਟ ਗਿਵਨ ਹੈ। ਆਪਾਂ fill in the blanks to make each of the following a true statement।
ਆਪਾਂ ਕੀ ਕਰਨਾ, ਸਾਰੀਆਂ ਬਲੈਂਕਸ ਨੂੰ ਫਿਲ करना ਤੇ ਇੱਕ ट्रू स्टेटमेंट बनानी है, मीन्स सही स्टेटमेंट बनानी है। पहले च अपन की क्या A यूनियन A डैश, जो आप A यूनियन A डैश करते तो अपने को की बनूगा। देखो मैं थोड़े दिन प्रूफ करके भी विखा दिनी हाँ, रियल दे विच वैसे आप सारियां कीते हुए इंट्रोडक्शन दे विच, बट कई बच्चा इंट्रोडक्शन लेक्चर नहीं देखा होएगा। सो आप A सेट दे अपने को एलिमेंट्स ने 1 2 3 4 ते यूनिवर्सल सेट दे आप एलिमेंट्स ले लेने 1 2 3 4 5 और 6 एंड आप हुन की करना है A कॉम्प्लीमेंट 5 करना है ना, A कॉम्प्लीमेंट है जो फाइंड करना है। क्लियर, जो आप A कॉम्प्लीमेंट फाइंड करने आ A कॉम्प्लीमेंट दे विच अपने कोल की आ जाऊगा A दे एलिमेंट नु छड्ड के बाकी सारे एलिमेंट जो पेंडिंग ने। ठीक है, हुन जो आप A ते A डैश मतलब A कॉम्प्लीमेंट दा यूनियन फाइंड करते हैं, इन्हां दोवां दा यूनियन दे विच आप की करते हैं, सारे ही एलिमेंट्स लेंगे हैं। सो आप सारे एलिमेंट्स ले लांगे 3 4, देन A सेट दे एलिमेंट्स के हो जाएंगे 5 और 6। आ देखो E कादे इक्वल आया अपने को यूनिवर्सल सेट दे इक्वल आया। क्लियर फ्रेंड्स, ਤਾਂ ਕਰਕੇ ਆਪਾਂ ਇੱਥੇ ਕੀ ਲਿਖਾਂਗੇ यूनिवर्सल सेट। मैं एक बार ਤੁਹਾਨੂੰ ਥੋੜਾ ਜਿਹਾ ਰਿਪੀਟ ਕਰ ਦਿੰਨੀ ਆ ਕੀ ਹੁੰਦਾ। ਦੇਖੋ मैं ਇੱਥੇ ਆਪਾਂ ਨੂੰ ਕਿਹਾ A ਯੂਨੀਅਨ A ਡੈਸ਼ ਕਾਦੇ ਇਕੁਅਲ ਹੁੰਦਾ ਆਪਾਂ ਦੱਸਣਾ ਸੀ। ਸੋ ਇਹ ਕੰਡੀਸ਼ਨ ਨੂੰ ਪ੍ਰੂਫ ਕਰਨ ਲਈ ਮੈਂ ਆਪਦੇ ਵੱਲੋਂ ਦੋ ਸੈੱਟ ਲੈ ਲਏ, यूनिवर्सल सेट ਦੇ ਐਲੀਮੈਂਟਸ ਲੈ ਲਏ 1 2 3 4 5 6 एंड A सेट ਦੇ ਐਲੀਮੈਂਟਸ ਲੈ ਲਏ 1 2 3 4। क्लियर, ਹੁਣ ਆਪਾਂ ਕੀ ਕੀਤਾ, मैं अपने को A ਦਾ ਕੰਪਲੀਮੈਂਟ ਫਾਈਂਡ ਕਰ ਲਿਆ। ਪਹਿਲਾਂ ਆਪਾਂ ਕੰਪਲੀਮੈਂਟ ਫਾਈਂਡ ਕੀਤਾ, A ਸੈਟ ਦੇ ਐਲੀਮੈਂਟ ਨੂੰ ਛੱਡ ਕੇ ਬਾਕੀ ਜਿਹੜੇ ਐਲੀਮੈਂਟਸ ਬਚੇ ਸੀ 5 6 ਉਹ ਲੈ ਲਏ ਆਪਾਂ। ਫਿਰ ਆਪਾਂ A ਸੈਟ ਤੇ A ਦੇ ਕੰਪਲੀਮੈਂਟ ਦਾ ਯੂਨੀਅਨ ਫਾਈਂਡ ਕੀਤਾ, ਯੂਨੀਅਨ ਦੇ ਵਿੱਚ ਆਪਾਂ ਸਾਰੇ ਐਲੀਮੈਂਟਸ ਲੈਣੇ ਆ। ਸੋ ਆਪਾਂ ਇਹਨਾਂ ਦੋਵਾਂ ਸੈਟ ਦੇ ਸਾਰੇ ਐਲੀਮੈਂਟਸ ਲੈ ਲਏ, ਦੋਵਾਂ 'ਚ ਕੁਝ ਕਾਮਨ ਨਹੀਂ ਸੀ, ਉਹ ਆਪਾਂ ਕੁਝ ਨਹੀਂ ਲਿੱਤਾ, ਤਾਂ ਕਰਕੇ ਜਦੋਂ ਆਪਾਂ ਸਾਰੇ ਐਲੀਮੈਂਟਸ ਲਿੱਤੇ ਦੋਵਾਂ ਸੈਟ ਦੇ, ये अपने को यूनिवर्सल सेट दे इक्वल बनी। क्लियर स्टूडेंट, हुन आप देखते हैं द सेकंड पार्ट। ता करके इथे की आ गया ब्लैंक दे विच यूनिवर्सल सेट आ गया। हुन जदों आप एम्प्टी सेट दा कॉम्प्लीमेंट काइंड फाइंड करदे आ अपने को यूनिवर्सल सेट आता। सो जदों आप एम्प्टी सेट दा कॉम्प्लीमेंट फाइंड करदे आ यूनिवर्सल सेट आंदा। सो इथे आप यूनिवर्सल सेट दा A दा इंटरसेक्शन फाइंड करना है। यूनिवर्सल सेट के एलिमेंट्स अपन लेट करना, बच्चे लेट करके होने सारे अपने को यूनिवर्सल सेट के एलिमेंट्स ने अपने को 1 2 3 4 5 और 6 एंड जो A सेट के एलिमेंट्स अपन केड़े अपन लेट कर लेने हैं लाइक 1 2 3 4 लेट कर लेने हैं। हुन इन्हां बिटवीन अपन की करना है, इंटरसेक्शन फाइंड करना। इंटरसेक्शन दे विच अपन की लेने हुन्ने बच्चे कॉमन एलिमेंट्स लेने हैं। सो दोवां दे बिटवीन कॉमन की अपने को 1 2 3 4 ये दोवां साइड दे बिटवीन कॉमन है। सो जड़ियां अपने को वैल्यूज आईयां 1 2 3 4 जड़ी एलिमेंट्स आए ने वो A दे एलिमेंट्स दे इक्वल ने। सो यूनिवर्सल सेट इंटरसेक्शन A अपने को की हो जाऊगा सेट A दे इक्वल, तां करके इथे अपने को ब्लैंक दे विच आपां की लिखांगे सेट A। क्लियर, हुन आपां देखदे हां थर्ड क्वेश्चन। इहदे विच बच्चे आपां नूं क्या है A इंटरसेक्शन A डैश इज इक्वल्स टू डैश। आप ट्रू स्टेटमेंट बनानी है, ओनली यूनिवर्सल सेट ले लो 1 2 3 4 5 6। बच्चे मैं आपदे वालों लेट कीता, तुसी कोई भी एलिमेंट्स ले सकते हो यूनिवर्सल सेट दे। क्लियर, एंड जो A सेट दी एलिमेंट्स केड़े ने अपने कोल 1 2 3 4। हुन आप पहला A दा कंप्लीमेंट फाइंड कर दिया, मींस आ एलिमेंट नु छड्ड के बाकी केड़े एलिमेंट बचदे पए ने अपने कोल 5 6। क्लियर, अपने को 5 6 बचदा पे है। हुन जदों अपन A इंटरसेक्शन A दा कंप्लीमेंट करदे आ, हुन इना बिटवीन अपने को की कॉमन आ रहा है, तुसीं मैनूं दसो इना दोवां सेट दे बिटवीन कुछ कॉमन आ रहा है, कुछ सेम है नहीं है, तां करके इथे अपने को की हो जाएगा 5 5 अपने को बच्चे की हुंदा एम्प्टी सेट व्हिच डज नॉट कंटेन एनी एलिमेंट। देखो क्लियर, पहला अपन यूनिवर्सल सेट लेट कीता, फिर A सेट लेट कीता, फिर आप A दा कॉम्प्लीमेंट फाइंड किया। जदों आप इन दोवां दे बिटवीन इंटरसेक्शन फाइंड करते हैं तो कुछ कॉमन नहीं आऊगा, ऑब्वियस सी गल है, क्योंकि देखो जदों आप A सेट दे एलिमेंट्स फाइंड करांगे, जदों आप A सेट दा कॉम्प्लीमेंट फाइंड करते हैं
ਆਪਾਂ ਉਹ ਸੈੱਟ ਦੇ ਐਲੀਮੈਂਟ ਨੂੰ ਛੱਡ ਕੇ ਯੂਨੀਵਰਸਲ ਸੈੱਟ ਦੇ ਸਾਰੇ ਐਲੀਮੈਂਟਸ ਲਿਖਦੇ ਆ। ਸੋ ਉਹਨਾਂ ਨੂੰ ਜਦੋਂ ਛੱਡ ਹੀ ਦਿੱਤਾ ਤੇ ਬਾਕੀ ਐਲੀਮੈਂਟ ਲਿਖੇ, ਫਿਰ ਕਾਮਨ ਵੀ ਕੀ ਆਊਗਾ, ਤਾਂ ਕਰਕੇ ਇਕੁਅਲ ਹੋਊਗਾ ਐਮਪਟੀ ਸੈੱਟ ਦੇ। ਕਲੀਅਰ ਸਟੂਡੈਂਟ? ਹੁਣ ਆਪਾਂ ਦੇਖਦੇ ਹਾਂ ਇੱਕ ਜਿਹੜਾ ਲਾਸਟ ਪਾਰਟ ਬਚਿਆ, ਜਦੋਂ ਆਪਾਂ ਯੂਨੀਵਰਸਲ ਸੈੱਟ ਦਾ ਕੰਪਲੀਮੈਂਟ ਇੰਟਰਸੈਕਸ਼ਨ A, ਜਦੋਂ ਆਪਾਂ ਯੂਨੀਵਰਸਲ ਸੈੱਟ ਦਾ ਕੰਪਲੀਮੈਂਟ ਕਰਦੇ ਆ ਉਹ ਆਪਣੀ ਕੋਲ ਹਮੇਸ਼ਾ 5 ਸੈੱਟ ਦੀ ਇਕੁਅਲ ਆਉਂਦਾ ਹੈ, ਕਿਉਂਕਿ ਜਦੋਂ ਆਪਾਂ ਯੂਨੀਵਰਸਲ ਸੈੱਟ ਆਪਣੀ ਕੋਲ ਕਿਹੜਾ ਹੋ ਗਿਆ 1 2 3 4 ਲੈ ਲੈਂਦੇ ਆ, ਲਾਈਕ ਆਪਾਂ ਇੰਨੇ ਐਲੀਮੈਂਟਸ ਲੈ ਲੈਂਦੇ ਆ, ਜਦੋਂ ਇਹਦਾ ਕੰਪਲੀਮੈਂਟ ਕਰਦੇ ਆ। ਹੁਣ ਇਸ ਸੈੱਟ ਦਾ ਕੰਪਲੀਮੈਂਟ ਫਾਈਂਡ ਕਰਨਾ, ਹੁਣ ਜੇ ਆਪਾਂ ਇਸ ਸੈੱਟ ਦੇ ਐਲੀਮੈਂਟ ਛੱਡ ਦਿੰਦੇ ਆ, ਆਪਾਂ ਕੀ ਕਿਹਾ ਸੀਗਾ, ਜਦੋਂ ਆਪਾਂ ਕਿਸੇ ਸੈੱਟ ਦਾ ਕੰਪਲੀਮੈਂਟ ਫਾਈਂਡ ਕਰਨਾ ਹੈ ਆਪਾਂ ਉਸ ਸੈੱਟ ਦੇ ਸਾਰੇ ਐਲੀਮੈਂਟ ਨੂੰ ਛੱਡ ਕੇ ਯੂਨੀਵਰਸਲ ਸੈੱਟ ਦੇ ਐਲੀਮੈਂਟਸ ਲਿਖਦੇ ਆ। ਹੁਣ ਆਪਣੀ ਕੋਲ ਯੂਨੀਵਰਸਲ ਸੈੱਟ ਦੇ ਐਲੀਮੈਂਟਸ ਇਹ ਸੀ, ਜਦੋਂ ਆਪਾਂ ਇਹਦਾ ਕੰਪਲੀਮੈਂਟ ਕੀਤਾ ਆਪਣੀ ਕੋਲ ਕੀ ਬਚੂਗਾ, ਕੋਈ ਐਲੀਮੈਂਟ ਹੀ ਨਹੀਂ ਹੋਰ ਹੈਗੇ ਨਾ ਇਹਦੇ ਵਿੱਚ। ਸੋ ਆਪਾਂ ਇਹ ਆਪਕੀ ਕੀ ਲਿਖਾਂਗੇ 5, ਤਾਂ ਕਰਕੇ ਮੈंने ਸਿੱਧਾ ਲਿਖ ਲਿਆ ਸੀ ਕਿ ਯੂਨੀਵਰਸਲ ਸੈੱਟ ਦਾ ਕੰਪਲੀਮੈਂਟ 5 ਦੇ ਇਕੁਅਲ ਆਉਂਦਾ ਹੈ। ਹੁਣ ਕਲੀਅਰ? ਹੁਣ ਆਪਾਂ ਇੱਥੇ ਅਗਰ ਲਿਖਦੇ ਆ 5 ਇੰਟਰਸੈਕਸ਼ਨ A, ਹੁਣ A ਦੇ ਐਲੀਮੈਂਟਸ ਆਪਾਂ ਲੈ ਲੈਂਦੇ ਆ 1 2। ਹੁਣ ਇੰਟਰਸੈਕਸ਼ਨ ਦਾ ਮਤਲਬ ਬੱਚੇ ਆਪਣੀ ਕੋਲ ਕੀ ਹੁੰਦਾ, ਕਾਮਨ ਐਲੀਮੈਂਟ। ਹੁਣ ਇਹਦੇ ਜਿਹੜਾ 5 ਹੈ ਇਹ ਸੈੱਟ ਇਸ ਦਾ ਕੋਈ ਐਲੀਮੈਂਟ ਹੀ ਨਹੀਂ ਹੈ, ਮੀਨਸ ਖਾਲੀ ਹੈ। ਹੁਣ ਆਹ ਤਾਂ ਖਾਲੀ ਸੈੱਟ ਹੈ ਬਈ, ਇਹਦੇ ਵਿੱਚ ਐਲੀਮੈਂਟਸ ਨੇ 1 2। ਹੁਣ ਦੋਵਾਂ ਦੇ ਵਿੱਚ ਕਾਮਨ ਕੀ ਹੈ, ਕੁਝ ਵੀ ਕਾਮਨ ਨਹੀਂ ਆ ਰਿਹਾ, ਤਾਂ ਕਰਕੇ ਇਕੁਅਲ ਹੋਊਗਾ 5 ਸੈੱਟ ਦੇ। ਕਲੀਅਰ ਸਟੂਡੈਂਟਸ? ਇਹ ਤਾਂ ਹੁਣ ਮੈਂ ਪ੍ਰੂਫ ਕਰਕੇ ਇਹਦੇ ਸਾਰੇ ਕੁਐਸਚਨਸ ਕੰਪਲੀਟ ਕਰਵਾਤੇ। क्वेश्चन नंबर 7 ਦੇ ਨਾਲ ਆਪਣੀ ਐਕਸਰਸਾਈਜ਼ 1.5 ਹੈ ਜੋ ਕੰਪਲੀਟ ਹੋ ਗਈ ਹੈ। ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਐਕਸਰਸਾਈਜ਼ 1.6। ਅਗਰ ਤੁਹਾਨੂੰ ਲੈਕਚਰ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੋਇਆ ਬੱਚੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ, ਮੈਂ ਤੁਹਾਡੇ ਡਾਊਟਸ ਕਲੀਅਰ ਕਰਨ ਦਾ ਟਰਾਈ ਕਰੂੰਗੀ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਰਿਓ, ਆਪਣੇ ਫਰੈਂਡਸ ਨਾਲ ਕਲਾਸਮੇਟਸ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ ਫਰੈਂਡਸ। ਤੇ ਜੋ ਇਹਦੇ ਨੋਟਸ ਨੇ ਉਹ ਮੈਂ ਚੈਨਲ ਤੇ ਅਪਲੋਡ ਕਰ ਦੂੰਗੀ, ਤੁਸੀਂ